घर दे अंदर आया है उसनों केवल ते केवल एक गल पता लगी है कि जदों तक परमात्मा दे नाल इस मनुखा देही दा मेल नहीं हुंदा उदों तक इस बंदे दा कदे भी जमा तो छुटकारा नहीं हो सकता। क्यों? बंदे दे नाल जिथे परमात्मा ने दुख बनाए ने उत्थे नाल ही सुख भी बनाए ने, जिथे अमीरी बनाईए उत्थे नाल ही गरीबी भी बनाईए, जिथे परमात्मा ने जमना बनाया उत्थे परमात्मा ने ये नहीं हो सकता कि उहदा दूजा पहलू ना होवे। जे मनुख दा जमना कीता परमात्मा ने उत्थे मनुख दा मरना भी कीता। पावन वचन असीं हर रोज पढ़दे आ, मरन लखाए मंडल में आए। हजूर तां कहंदे ने पहला तेरा परमात्मा दी दरगाह दे विच मरना लिखिया गया है तां तू इस संसार दे अंदर आउणा कीता। मरन लखाए मंडल में आए, तेरा सब तो बड़ा मरन दा कारण यही है कि तू संसार दे अंदर जन्म लिया। असीं संस्कृति दे श्लोकां दे अंदर पढ़दे आ, जन्मन तां मरनंग, जे साडा जन्म होया ਇਹਦਾ ਸਭ ਤੋਂ ਵੱਡਾ ਮਰਨ ਦਾ ਕਾਰਨ ਇਹ ਹੈ ਕਿ ਅਸੀਂ ਸੰਸਾਰ ਦੇ ਉੱਤੇ ਜਨਮ ਲਿਆ। ਜਿਹੜੀ ਵੀ ਚੀਜ਼ ਅਸੀਂ ਸੰਸਾਰ ਦੇ ਉੱਤੇ ਵੇਖਦੇ ਆ ਉਸ ਚੀਜ਼ ਨੇ ਇੱਕ ਦਿਨ ਜ਼ਰੂਰ ਇਥੋਂ ਵਿਨਸਣਾ ਹੈ। ਇਸ ਲਈ ਅਸੀਂ ਸੰਸਾਰ ਦੇ ਉੱਤੇ ਆਏ ਆ। ਪ੍ਰਮਾਤਮਾ ਨੇ ਸਾਨੂੰ ਸੰਸਾਰ ਦੇ ਉੱਤੇ ਆਪਣੀ ਜੋਤ ਟਿਕਾ ਕੇ ਭੇਜਿਆ ਏ। ਬਾਬਾ ਕਬੀਰ ਜੀ ਦੇ ਅਸੀਂ ਪਾਵਨ ਵਚਨ ਪੜ੍ਹਦੇ ਆ, ਜਬ ਲਗ ਤੇਲ ਦੀਵੈ ਮੁਖ ਬਾਤੀ तब सूझे सब कोई तेल जले बाती ठहरानी। सुनना मंदिर होई परमात्मा ने साडे अंदर जोत धरी है। बाबा कबीर जी सानू दीवे दी उदाहरण दे के समझाउंदे ने, वेख मनुख एक दीवा है, वो दीवा उदों तक जलदा है जदों तक उस दीवे दे विच तेल पाया होवे। जदों तक उस दीवे दी वड्डी तेल दे नाल पिच्ची होवेगी उदों तक वो दीवा बलेगा, उदों तक वो दीवा लोकां नूं चानना देवेगा। इसे तरह ही तेरा शरीर है, जदों तक तेरे अंदर परमात्मा दी जोत टिकी हुई है उदों तक तू ये जिहड़ा संसार वेख सकदा। जदों ही परमात्मा ने अपनी जोत तेरे अंदरों कढ लई तू इस संसार दे उत्ते केवल ते केवल मिट्टी बन के रह जावेगा। तू परमात्मा दी जोत नूं भुला के निरंकार नूं भुला के तू संसार दे नाल प्यार पाई बैठा है। हजूर ने कहना कीता, बंदे नूं परमात्मा ने भेजना कीता। परमात्मा दी जोत अपने अंदर टकाई। जदों बच्चा मां दे गर्भ दे विच हुंदा है उस दी जिहड़ी लिव है परमात्मा दे नाल सिद्धी लगी हुंदी है। विज्ञान कहती है कि बच्चा मां दे पेट दे अंदर पुट्ठा लमकदा है, ਜਿਹੜੀ ਉਹਦੀ ਲਿਵ ਹੈ ਪ੍ਰਮਾਤਮਾ ਦੇ ਨਾਲ ਸਿੱਧੀ ਲੱਗੀ ਹੁੰਦੀ ਹੈ ਤਾਂ ਹੀ ਪ੍ਰਮਾਤਮਾ ਉਸ ਦੀ ਮਾਂ ਦੇ ਪੇਟ ਦੇ ਅੰਦਰ ਰੱਖਿਆ ਕਰਦਾ। ਅਸੀਂ ਪੰਜ ਪਾਤਸ਼ਾਹ ਜੀ ਦਾ ਪਾਵਨ ਬਚਨ ਪੜ੍ਹਦੇ ਆ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤਾਂ ਤੁਮ ਰਾਖਣ ਹਾਰੇ। ਪਾਵਕ ਸਾਗਰ ਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਪ੍ਰਮਾਤਮਾ ਨੇ ਆਪਣਾ ਨਾਮ ਦੇ ਕੇ ਸਾਡੀ ਰੱਖਿਆ ਮਾਂ ਦੇ ਪੇਟ ਦੇ ਅੰਦਰ ਕੀਤੀ। ਜਿਹੜੀ ਬੱਚੇ ਦੀ ਲਿਵ ਹੈ ਪ੍ਰਮਾਤਮਾ ਦੇ ਨਾਲ ਸਿੱਧੀ ਲੱਗੀ ਹੁੰਦੀ ਹੈ। ਬੱਚਾ ਪ੍ਰਮਾਤਮਾ ਦੇ ਨਾਲ ਕੁਝ ਵਾਅਦੇ ਕਰਦਾ, ਪ੍ਰਮਾਤਮਾ ਜੀ ਮੈਨੂੰ ਇਸ ਕੁੰਭੀ ਨਰਕ ਦੇ ਵਿੱਚੋਂ ਕੱਢ ਲਿਆ ਜਾਵੇ। ਕਿਉਂ? ਮੈਂ ਇੱਥੇ ਬਹੁਤ ਹੀ ਦੁੱਖ ਭੋਗਦਾ ਪਿਆ ਹਾਂ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਮਾਂ ਦੇ ਪੇਟ ਦੇ ਅੰਦਰ ਅੱਗ ਬਲਦੀ ਏ, ਬੱਚਾ ਉੱਤੇ ਪ੍ਰਮਾਤਮਾ ਦਾ ਨਾਮ ਧਿਆ ਕੇ ਪਰ ਬਚਿਆ ਰਹਿੰਦਾ ਏ। ਬੱਚੇ ਦੇ ਉੱਤੇ ਪ੍ਰਮਾਤਮਾ ਜੀ ਦੀ ਮਿਹਰ ਹੁੰਦੀ ਹੈ। ਬੱਚਾ ਪ੍ਰਮਾਤਮਾ ਦੇ ਨਾਲ ਵਾਅਦੇ ਕਰਦਾ ਕਿ ਮਾਲਕ ਜੀ ਮੈਂ ਤੇਰਾ ਸੰਸਾਰ ਦੇ ਅੰਦਰ ਜਾ ਕੇ ਨਾਮ ਜਪਾਂਗਾ। ਮਾਲਕ ਜੀ ਨੇ ਉਹਨਾਂ ਦੇ ਉੱਤੇ ਕਿਰਪਾ ਕੀਤੀ। ਨਹੀਂ ਤਾਂ ਅਸੀਂ ਬਹੁਤਾਤ ਦੇ ਵਿੱਚ ਇਹੋ ਜਿਹੇ ਵੀ ਬੱਚੇ ਵੇਖਦੇ ਆ ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਨਹੀਂ ਹੁੰਦੀ। ਉਹ ਬੱਚੇ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਹੀ ਉਸ ਮਾਂ ਦੇ ਪੇਟ ਦੇ ਅੰਦਰ ਆਪਣਾ ਦਮ ਤੋੜ ਦਿੰਦੇ ਨੇ। ਪਰ ਸਾਡੇ ਸਾਰਿਆਂ ਦੇ ਉੱਤੇ ਪ੍ਰਮਾਤਮਾ ਜੀ ਦੀ ਅਪਾਰ ਕਿਰਪਾ ਹੋਈ। ਪ੍ਰਮਾਤਮਾ ਜੀ ਨੇ ਆਪਣੀ ਜੋਤ ਟਿਕਾ ਕੇ ਸਾਨੂੰ ਮਾਤਾ ਦੇ ਪੇਟ ਦੇ ਵਿੱਚੋਂ ਜਨਮ ਦੇ ਦਿੱਤਾ ਹੈ, ਸਾਨੂੰ ਇਹ ਸੰਸਾਰ ਵਿਖਾ ਦਿੱਤਾ ਹੈ। ਬੱਚੇ ਨੇ ਮਾਂ ਪ੍ਰਮਾਤਮਾ ਦੇ ਨਾਲ ਕੁਝ ਵਾਅਦੇ ਕੀਤੇ ਸੀ। ਬੱਚਾ ਪ੍ਰਮਾਤਮਾ ਦੇ ਨਾਲ ਵਾਅਦੇ ਕਰਕੇ ਇਸ ਸੰਸਾਰ ਦੇ ਅੰਦਰ ਆਉਂਦਾ ਕਿ ਪ੍ਰਮਾਤਮਾ ਜੀ ਮੈਨੂੰ
ਕੁੰਭੀ ਨਰਕ ਦੇ ਵਿੱਚ ਕੱਢ ਲਵੋ, ਮੈਂ ਤੁਹਾਡਾ ਪਰਮਾਤਮਾ ਸੰਸਾਰ ਦੇ ਵਿੱਚ ਜਾ ਕੇ ਨਾਮ ਜਪਾਂਗਾ। ਪਰ ਹੋਇਆ ਇਸ ਤੋਂ ਉਲਟ ਹੀ। ਬੱਚੇ ਨੇ ਸੰਸਾਰ ਦੇ ਉੱਤੇ ਆ ਕੇ ਪਰਮਾਤਮਾ ਦਾ ਨਾਮ ਜਪਣਾ ਸੀ, ਪਰ ਹੋਇਆ ਕਿ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਹੀ ਕਰਤੇ ਖੇਲ ਰਚਾਇਆ। ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ। ਪਰਮਾਤਮਾ ਦੇ ਹੁਕਮ ਦੇ ਅੰਦਰ ਬੱਚਾ ਸੰਸਾਰ ਦੇ ਅੰਦਰ ਆਇਆ, ਪਰ ਇਸ ਨੇ ਕੀ ਕੀਤਾ? ਉਸ ਸੰਸਾਰ ਪਰਮਾਤਮਾ ਨੂੰ ਵਿਸਾਰ ਦਿੱਤਾ, ਸੰਸਾਰ ਦੇ ਨਾਲ ਪਿਆਰ ਪਾ ਲਿਆ। ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਬੱਚੇ ਦੀ ਜਿਹੜੀ ਮਾਂ ਦੇ ਪਿੰਡ ਦੇ ਅੰਦਰ ਲਿਵ ਲੱਗੀ ਸੀ ਉਹ ਟੁੱਟ ਗਈ। ਹੁਣ ਉੱਥੇ ਆ ਕੇ ਮਾਇਆ ਨੇ ਜਾਲ ਪਾ ਲਿਆ, ਉੱਥੇ ਫਿਰ ਤ੍ਰਿਸ਼ਨਾ ਨੇ ਆਪਣਾ ਰੂਪ ਵਿਖਾ ਲਿਆ। ਮਾਇਆ ਕਿਹੋ ਜੀ ਹੈ? ਜਿਹੜੀ ਚੀਜ਼ ਸਾਨੂੰ ਪਰਮਾਤਮਾ ਦੇ ਨਾਮ ਦੇ ਨਾਲੋਂ ਤੋੜ ਦਵੇ ਉਹ ਸਾਡੇ ਲਈ ਮਾਇਆ ਬਣ ਜਾਂਦੀ ਹੈ। ਚਾਹੇ ਉਹ ਸਾਡਾ ਮਾਂ ਬਾਪ ਦਾ ਪਿਆਰ ਕਿਉਂ ਨਾ ਹੋਵੇ, ਚਾਹੇ ਉਹ ਭਾਈਆਂ ਭੈਣ ਦਾ ਪਿਆਰ ਕਿਉਂ ਨਾ ਹੋਵੇ, ਜੇ ਸਾਨੂੰ ਇਹ ਦੁਨੀਆ ਦੇ ਰਿਸ਼ਤੇ, ਜੇ ਸਾਨੂੰ ਦੁਨੀਆ ਦੀ ਦੌਲਤ ਉਸ ਪਰਮਾਤਮਾ ਦੇ ਨਾਲ ਤੋੜ ਦੇਵੇਗੀ, ਉਹ ਸਾਡੇ ਲਈ ਕੇਵਲ ਤੇ ਕੇਵਲ ਮਾਇਆ ਦਾ ਰੂਪ ਬਣ ਕੇ ਰਹਿ ਜਾਵੇਗੀ। ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਬਚਨਾਂ ਬੱਚੇ ਦੀ ਲਿਵ ਕਿਹਨਾਂ ਦੇ ਨਾਲ ਲੱਗਦੀ ਏ? ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁਧ। ਜਦੋਂ ਬੱਚਾ ਪਹਿਲੇ ਪਹਿਰ ਦੇ ਵਿੱਚ ਆਉਂਦਾ ਉਹਦੀ ਜਿਹੜੀ ਲਿਵ ਹੈ ਪਰਮਾਤਮਾ ਦੇ ਦੁੱਧ ਦੇ ਨਾਲ ਲੱਗਦੀ ਏ। ਬੱਚੇ ਦਾ ਕੇਵਲ ਤੇ ਕੇਵਲ ਜਿਹੜਾ ਪਿਆਰ ਹੈ ਮਾਤਾ ਦੇ ਦੁੱਧ ਦੇ ਨਾਲ ਹੁੰਦਾ। ਬੱਚੇ ਨੂੰ ਉਦੋਂ ਕੇਵਲ ਤੇ ਕੇਵਲ ਮਾਤਾ ਦਾ ਦੁੱਧ ਚਾਹੀਦਾ ਹੁੰਦਾ। ਥੋੜਾ ਜਿਹਾ ਹੋਰ ਵੱਡਾ ਹੁੰਦਾ, ਬੱਚੇ ਦਾ ਪਿਆਰ ਉਹਨਾਂ ਮਾਂ ਬਾਪ ਦੇ ਨਾਲ ਪੈਂਦਾ ਜਿਨ੍ਹਾਂ ਨੇ ਉਸ ਨੂੰ ਜਨਮ ਦਿੱਤਾ ਹੈ। ਥੋੜਾ ਜਿਹਾ ਹੋਰ ਵੱਡਾ ਹੁੰਦਾ, ਬੱਚੇ ਨੂੰ ਸਮਝ ਆਉਂਦੀ, ਪਿਆਰ ਭਾਈਆਂ ਦੇ ਨਾਲ, ਭੈਣਾਂ ਦੇ ਨਾਲ, ਭਾਬੀਆਂ ਦੇ ਨਾਲ ਪੈ ਜਾਂਦਾ। ਥੋੜਾ ਜਿਹਾ ਹੋਰ ਵੱਡਾ ਹੁੰਦਾ, ਬੱਚੇ ਦਾ ਪਿਆਰ ਖੇਡਾਂ ਦੇ ਨਾਲ ਪੈ ਜਾਂਦਾ। ਥੋੜਾ ਜਿਹਾ ਹੋਰ ਵੱਡਾ ਹੁੰਦਾ, ਬੱਚੇ ਦਾ ਪਿਆਰ ਖਾਣ ਪੀਣ ਦੀਆਂ ਵਸਤੂਆਂ ਦੇ ਨਾਲ ਪੈ ਜਾਂਦਾ। ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਵੇਬ, ਚੌਥੇ ਪਿਆਰ ਉਹ ਮੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮਨਾ ਪੁੱਛੇ ਜਾਤ। ਬੱਚਾ ਜਦੋਂ ਹੋਰ ਥੋੜਾ ਜਿਹਾ ਵੱਡਾ ਹੁੰਦਾ, ਹੁਣ ਉੱਤੇ ਕਾਮ ਹਾਵੀ ਹੋ ਜਾਂਦਾ। ਮਾਲਕ ਕਹਿੰਦੇ ਸਾਰੀ ਉਮਰ ਬੱਚਾ ਮਾਇਆ ਦੇ ਜਾਲ ਦੇ ਵਿੱਚ ਹੀ ਫਸਿਆ ਰਹਿੰਦਾ ਹੈ। ਚਾਹੇ ਉਹ ਮਾਪਿਆਂ ਦਾ, ਧੀਆਂ ਭੈਣਾਂ ਭਰਾਵਾਂ ਦਾ ਪਿਆਰ ਕਿਉਂ ਨਾ ਹੋਵੇ, ਚਾਹੇ ਉਹ ਖੇਡਣ ਦੀਆਂ ਖੇਡਾਂ ਕਿਉਂ ਨਾ ਹੋਵੇ, ਚਾਹੇ ਉਹ ਖਾਣ ਪੀਣ ਦੀਆਂ ਧਾਤਾਂ ਕਿਉਂ ਨਾ ਹੋਵੇ, ਚਾਹੇ ਉਹ ਕਾਮ ਦੀ ਗੱਲ ਕਿਉਂ ਨਾ ਹੋਵੇ, ਹਜੂਰ ਕਹਿੰਦੇ ਬੱਚਾ ਸਾਰੀ ਉਮਰ ਮਾਇਆ ਦੇ ਜਾਲ ਦੇ ਵਿੱਚ ਹੀ ਫਸਿਆ ਰਹਿੰਦਾ। ਆਖਰ ਦੇ ਵਿੱਚ ਕਹਿੰਦੇ 10 ਮੈਂ ਦੱਦਾ ਹੋਆ ਸੁਆ, ਪਰ ਹੌਲੀ ਹੌਲੀ ਬੱਚਾ ਵੱਡਾ ਹੁੰਦਾ ਜਾਂਦਾ। ਹੁਣ ਜਵਾਨੀ ਆਉਂਦੀ, ਫਿਰ ਅਧਖੜ ਆ ਜਾਂਦੀ, ਫਿਰ ਬੁਢੇਪਾ ਆ ਜਾਂਦਾ। ਫਿਰ ਬੰਦੇ ਉਹ ਬੱਚੇ ਦੀ ਹੁਣ ਥੋੜੀ ਉਮਰ ਹੋ ਕੇ ਮੌਤ ਦੇ ਘਾਟ ਦੇ ਵਿੱਚ ਪਹੁੰਚ ਜਾਂਦਾ। ਹਜੂਰ ਕਹਿੰਦੇ ਬੱਚਾ ਸਾਰੀ ਉਮਰ ਹੀ ਮਾਇਆ ਦੇ ਜਾਲ ਦੇ ਵਿੱਚ ਹੀ ਫਸਿਆ ਰਹਿੰਦਾ। ਹੋਣਾ ਤਾਂ ਏਦਾਂ ਚਾਹੀਦਾ ਸੀ ਕਿ ਉਸ ਬੱਚੇ ਨੂੰ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਸੀ, ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਸੀ। ਅਸੀਂ ਅੱਜ ਦੇ ਪਾਵਨ ਬਾਚਾਂ ਦੇ ਨਾਲ ਇਹੀ ਸਾਂਝ ਪਾਉਣੇ ਆ, ਰਸਨਾ ਗੁਣ ਗੋਪਾਲ ਨਿਤ ਗਾਇਨ। ਹਜੂਰ ਕਹਿੰਦੇ ਆਪਣੀ ਰਸਨਾ ਦੇ ਨਾਲ ਪਰਮਾਤਮਾ ਦੇ ਗੁਣਾਂ ਨੂੰ ਗਾ, ਪਰਮਾਤਮਾ ਦੀ ਵਡਿਆਈ ਕਰ। ਤੈਨੂੰ ਪਰਮਾਤਮਾ ਨੇ ਇਸ ਸੰਸਾਰ ਦੇ ਉੱਤੇ ਭੇਜਿਆ, ਤੂੰ ਕੇਵਲ ਤੇ ਕੇਵਲ ਪਰਮਾਤਮਾ ਦੀ ਵਡਿਆਈ ਕਰ, ਪਰਮਾਤਮਾ ਦੇ ਗੁਣ ਗਾ। ਹਾਂ, ਦੁਨਿਆਵੀ ਕੰਮ ਵੀ ਕਰ, ਕਿਰਤ ਵਿਹਾਰ ਵੀ ਕਰ, ਆਪਣੇ ਘਰ-ਬਾਰ ਨੂੰ ਵੀ ਪਾਲ, ਪਰ ਚੇਤੇ ਰੱਖੀਗੀ ਤੈਨੂੰ ਪਰਮਾਤਮਾ ਦਾ ਨਾਮ ਹਰ ਪਲ ਯਾਦ ਹੋਣਾ ਚਾਹੀਦਾ। ਜਦੋਂ ਚੌਥੇ ਨਾਨਕ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇੱਕ ਵਾਰ ਸਿੱਖਾਂ ਤੋਂ ਪੁੱਛਦੇ ਸੀ, ਉਹਨਾਂ ਨੇ ਪਹਿਲੇ ਸਿੱਖ ਨੂੰ ਪੁੱਛਣਾ ਕੀਤਾ ਕਿ ਸਿੱਖਾ ਮੈਨੂੰ ਇੰਨੀ ਗੱਲ ਦੱਸ ਕਿ ਪ੍ਰਮਾਤਮਾ ਤੇਰੇ ਕਿੰਨੇ ਨੇੜੇ। ਤਾਂ ਪਹਿਲੇ ਸਿੱਖ ਨੇ ਕਹਿਣਾ ਕੀਤਾ ਕਿ ਪਰਮਾਤਮਾ ਹਜੂਰ ਜੀ ਮੈਨੂੰ ਨਹੀਂ ਪਤਾ ਕਿ ਅੱਜ ਦਾ ਸੂਰਜ ਚੜ੍ਹਿਆ ਏ, ਕੱਲ ਦਾ ਚੜ੍ਹਨਾ ਕਿ ਨਹੀਂ ਚੜ੍ਹਨਾ। ਹਜੂਰ ਨੇ ਨਾ ਦੇ ਵਿੱਚ ਸਿਰ ਹਿਲਾ ਦਿੱਤਾ। ਦੂਸਰੇ ਸਿੱਖ ਤੋਂ ਪੁੱਛਣਾ ਕੀਤਾ, ਉਹਨਾਂ ਨੇ ਜਦੋਂ ਪੁੱਛਿਆ ਕਿ ਪ੍ਰਮਾਤਮਾ ਕਿੰਨੇ ਨੇੜੇ ਏ, ਉਸ ਸਿੱਖ ਨੇ ਵੀ ਕਹਿਣਾ ਕੀਤਾ ਕਿ
ਹਜੂਰ ਜੀ ਐਦਾਂ ਕਹਿ ਕਿ ਜੇ ਅੱਜ ਦਾ ਸੂਰਜ ਚੜਿਆ ਏ ਸ਼ਾਮ ਨੂੰ ਢਲੇਗਾ, ਪਤਾ ਨਹੀਂ ਢਲੇਗਾ। ਤਾਂ ਉਹਨਾਂ ਨੇ ਫਿਰ ਆਪਣਾ ਜਿਹੜਾ ਸਿਰ ਹੈ ਨਾਹ ਦੇ ਵਿੱਚ ਹਿਲਾ ਦਿੱਤਾ। ਇੱਕ ਸਿੱਖ ਉੱਠਿਆ, ਉਹਨਾਂ ਨੇ ਕਹਿਣਾ ਕੀਤਾ ਕਿ ਪ੍ਰਮਾਤਮਾ ਜੀ, ਗੁਰੂ ਜੀ, ਸਾਨੂੰ ਨਹੀਂ ਇਸ ਮੌਤ ਦੀ ਮਾਇਆ ਦਾ ਪਤਾ, ਤੁਸੀਂ ਸਾਡੇ ਉੱਤੇ ਕਿਰਪਾ ਕਰੋ, ਸਾਨੂੰ ਤੁਸੀਂ ਹੀ ਦੱਸਣਾ ਕਰੋ ਕਿ ਸਾਡੇ ਤੋਂ ਮੌਤ ਕਿੰਨੀ ਕੁ ਦੂਰ ਏ। ਫਿਰ ਗੁਰੂ ਮਹਾਰਾਜ ਨੇ ਕਹਿਣਾ ਕੀਤਾ ਕਿ ਮੈਨੂੰ ਨਹੀਂ ਪਤਾ ਕਿ ਅੱਜ ਦਾ ਸੂਰਜ ਚੜ੍ਹਿਆ ਕਿ ਕੱਲ ਦਾ ਚੜ੍ਹੇਗਾ, ਮੈਂ ਇਹ ਗੱਲ ਨਹੀਂ ਮੰਨਦਾ। ਜਾਂ ਐਦਾਂ ਦੂਜੀ ਗੱਲ, ਅੱਜ ਦਾ ਸੂਰਜ ਚੜ੍ਹਿਆ ਕਿ ਸ਼ਾਮ ਨੂੰ ਢਲੇਗਾ, ਮੈਂ ਇਹ ਵੀ ਨਹੀਂ ਮੰਨਦਾ। ਮੈਨੂੰ ਤਾਂ ਇੰਨਾ ਕੁ ਪਤਾ ਕਿ ਜਿਹੜਾ ਪ੍ਰਮਾਤਮਾ ਨੇ ਮੈਨੂੰ ਸਾਹ ਦਿੱਤਾ ਉਹ ਬਾਹਰ ਆਵੇਗਾ ਕਿ ਨਹੀਂ ਆਵੇਗਾ। ਹਜੂਰ ਨੇ ਫਿਰ ਉੱਥੇ ਪਾਵਨ ਵਚਨਾਂ ਦੇ ਨਾਲ ਸਾਂਝ ਪਾਉਣਾ ਕੀਤੀ। ਹਜੂਰ ਨੇ ਕਹਿਣਾ ਕੀਤਾ, ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਵਚਨ ਨੇ, ਹਮ ਆਦਮੀ ਹਾਂ ਇੱਕ ਦਮੀ, ਕਿ ਅਸੀਂ ਜਿਹੜੇ ਬੰਦੇ ਹਾਂ ਕੇਵਲ ਤੇ ਕੇਵਲ ਇੱਕ ਦਮ ਦੇ ਹਾਂ, ਪਤਾ ਨਹੀਂ ਦੂਜੇ ਦਮ ਦੇ ਵਿੱਚ ਸਾਨੂੰ ਮੌਤ ਆ ਜਾਵੇ। ਇਸ ਲਈ ਰਸਨਾ ਗੁਣ ਗੋਪਾਲ ਨਿਤ ਗਾਇਨ, ਪਰਮਾਤਮਾ ਨੇ ਸਾਡੇ ਉੱਤੇ ਕਿਰਪਾ ਕੀਤੀ, ਸਾਨੂੰ ਮਨੁੱਖਾ ਜਨਮ ਦਿੱਤਾ। ਅਸੀਂ ਆਪਣੀ ਰਸਨਾ ਦੇ ਨਾਲੋਂ ਉਸ ਪਰਮਾਤਮਾ ਦਾ ਨਾਮ ਜਪੀਏ, ਉਸ ਪ੍ਰਮਾਤਮਾ ਦੇ ਗੁਣ ਗਾਈਏ ਜਿਸ ਪ੍ਰਮਾਤਮਾ ਨੇ ਸਾਨੂੰ ਇਹ ਸਰੀਰ ਦੇਹਾ ਦਿੱਤੀ ਏ। ਦੁਲੱਭ ਦੇ ਪਾਈ ਵੱਡ ਭਾਗੀ, ਵੱਡਿਆਂ ਭਾਗਾਂ ਦੇ ਨਾਲ ਸਾਨੂੰ ਇਹ ਦੇਹੀ ਪ੍ਰਾਪਤ ਹੋਈ ਏ। ਨਾਮ ਨਾ ਜਪੀ ਤਾਂ ਆਤਮ ਘਾਤੀ, ਜੇ ਕਿਤੇ ਤੂੰ ਪ੍ਰਮਾਤਮਾ ਦਾ ਇਸ ਦੇਹੀ ਦੇ ਅੰਦਰ ਨਾਮ ਨਹੀਂ ਜਪਿਆ ਤਾਂ ਤੂੰ ਇਸ ਦੇਹੀ ਦੀ ਆਤਮ ਹੱਤਿਆ ਕਰ ਗਿਆ ਏ। ਇਹ ਦੇਹੀ ਬੜੀ ਵਡਮੁੱਲੀ ਏ, ਬੜੀ ਕੀਮਤੀ ਏ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਗੁਰੂ ਦੀ ਸੇਵਾ ਦੇ ਨਾਲ ਤੂੰ ਇਹ ਦੇਹੀ ਪ੍ਰਾਪਤ ਕੀਤੀ। ਇਸ ਦੇਹੀ ਕੋ ਸਿਮਰ ਦੇਵ, ਇਸ ਦੇਹੀ ਨੂੰ ਦੇਵੀ ਦੇਵਤੇ ਲੋਚਦੇ ਨੇ। ਸੋ ਦੇਹੀ ਭਜ ਹਰ ਕੀ ਸੇਵ, ਕਿਉਂ ਨਹੀਂ ਤੂੰ ਇਸ ਦੇਹੀ ਦੇ ਅੰਦਰ ਉਸ ਪ੍ਰਮਾਤਮਾ ਦੇ ਨਾਮ ਜਪ ਲਵੇ, ਪ੍ਰਮਾਤਮਾ ਦੇ ਗੁਣ ਗਾ ਲਵੇ, ਤਾਂ ਕਿ ਜਿਹੜੀ ਤੇਰੀ ਇਹ ਦੇਹੀ ਪਵਿੱਤਰ ਹੋ ਜਾਵੇ। ਕਿਤੇ ਇਹ ਨਾ ਹੋਵੇ ਤੂੰ ਇਹ ਜਿਹੜੀ ਦੇਹੀ ਹੈ ਇਸ ਨੂੰ ਕੇਵਲ ਤੇ ਕੇਵਲ ਜਿਹੜਾ ਦਿਨ ਹੈ ਉਹ ਤੂੰ ਖਾਣ ਪੀਣ ਦੀਆਂ ਧਾਤਾਂ ਦੇ ਵਿੱਚ ਗੁਜ਼ਾਰ ਦਵੇਂ, ਜਿਹੜੀ ਰਾਤ ਆਵੇਗੀ ਤੂੰ ਉਸ ਨੂੰ ਸੌਣ ਦੇ ਵਿੱਚ ਲੰਘਾ ਦਵੇਂ। ਰਾਤ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੋਟੀ ਬਦਲੇ ਜਾਏ। ਬਾਬਾ ਕਬੀਰ ਜੀ ਕਹਿੰਦੇ ਬੰਦਾ ਰਾਤ ਨੂੰ ਕੇਵਲ ਤੇ ਕੇਵਲ ਸੌਂ ਕੇ ਲੰਘਾ ਦਿੰਦਾ, ਦਿਨ ਨੂੰ ਬੰਦਾ ਕੇਵਲ ਤੇ ਕੇਵਲ ਖਾਣ ਪੀਣ ਦੀਆਂ ਵਸਤੂਆਂ ਦੇ ਵਿੱਚ ਲੰਘਾ ਦਿੰਦਾ, ਪਰ ਉਸ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ। ਹੀਰੇ ਜੈਸਾ ਜਨਮ ਹੈ, ਬੰਦੇ ਕੋਲ ਹੀਰੇ ਜਿਹਾ ਜਨਮ ਹੈ। ਵੱਡਾ ਹੀਰੇ ਨੂੰ ਆਪਣੇ ਕੋਲੇ ਸਾਂਭ ਕੇ ਰੱਖਦਾ, ਕਦੇ ਗੁੰਮ ਨਹੀਂ ਹੋਣ ਦਿੰਦਾ, ਪਰ ਉਹ ਆਪਣਾ ਜਿਹੜਾ ਮਨੁੱਖਾ ਹੀਰਾ ਹੈ ਇਸ ਨੂੰ ਕਦੇ ਵੀ ਸਾਂਭ ਕੇ ਨਹੀਂ ਰੱਖਦਾ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਬੰਦੇ ਦਾ ਇਹ ਜਨਮ ਕੌਡੀਆਂ ਦੇ ਭਾਅ ਵੇਚੀ ਜਾਂਦਾ ਹੈ। ਦੁਲੱਭ ਦੇ ਪਾਈ ਵੱਡ ਭਾਗੀ, ਨਾਮ ਨਾ ਜਪੈ ਤਾਂ ਆਤਮ ਘਾਤੀ। ਮਰਨਾ ਜਾਈ ਜਿਨ੍ਹਾਂ ਵਿਸਰਤ ਨਾਮ, ਉਹ ਬੰਦੇ ਮਰ ਕਿਉਂ ਨਹੀਂ ਜਾਂਦੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਵਿਸਰ ਗਿਆ, ਉਹ ਪਰਮਾਤਮਾ ਵਿਸਰ ਗਿਆ। ਮਰਨਾ ਜਾਈ ਜਿਨ੍ਹਾਂ ਵਿਸਰਤ ਰਾਮ, ਨਾਮ ਵਿਹੋਣ ਜੀਵਨ ਕੌਣ ਕਾਮ, ਨਾਮ ਤੋਂ ਬਿਨਾ ਇਹ ਜਿਹੜਾ ਅਸੀਂ ਜੀਵਨ ਬਤੀਤ ਕਰਦੇ ਆ ਉਹ ਸਾਡਾ ਕਿਸੇ ਵੀ ਕੰਮ ਦਾ ਨਹੀਂ। ਸਾਨੂੰ ਇਹ ਪ੍ਰਮਾਤਮਾ ਨੇ ਦੇਹੀ ਦਿੱਤੀ ਏ, ਕਿਉਂ ਨਾ ਅਸੀਂ ਉਸ ਦੇਹੀ ਦੇ ਅੰਦਰ ਪ੍ਰਮਾਤਮਾ ਦਾ ਨਾਮ ਜਪ ਲਈਏ। ਅਸੀਂ ਹਰ ਰੋਜ਼ ਪੜ੍ਹਦੇ ਆ, ਭਈ ਪ੍ਰਾਪਤ ਮਨੁੱਖ ਦਿਹੋਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਧੀਆ। ਇਹ ਜਿਹੜੀ ਦੇਹੀ ਹੈ ਤੂੰ ਉਸ ਦੇਹੀ ਦੇ ਅੰਦਰ, ਇਸ ਦੇਹੀ ਦੇ ਅੰਦਰ ਪ੍ਰਮਾਤਮਾ ਨੂੰ ਮਿਲ ਸਕਦਾ ਏ। ਗੋਬਿੰਦ ਮਿਲਨ ਕੀ ਇਹ ਤੇਰੀ ਵਧੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਜਿਹੜੇ ਤੂੰ ਸੰਸਾਰ ਦੇ ਅੰਦਰ ਹੋਰ ਕੰਮ ਕਰਦਾ ਉਹ ਕਿਸੇ ਵੀ ਕੰਮ ਦੇ ਨਹੀਂ। ਇਹਦਾ ਇਹ ਮਤਲਬ ਨਹੀਂ ਕਿ ਅਸੀਂ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਜਪਣਾ, ਜਿਹੜੀ ਸੰਸਾਰ ਦੇ ਉੱਤੇ ਕਿਰਤ ਵਿਹਾਰਾ ਉਹ ਨਹੀਂ ਕਰਨੀ। ਹਜੂਰ ਨੇ ਤਾਂ ਪਹਿਲਾਂ ਹੀ ਹੁਕਮ ਦਿੱਤਾ, ਕਿਰਤ ਕਰੋ ਨਾਮ ਜਪੋ ਵੰਡ ਛਕੋ। ਫਿਰ ਉਹ ਅਵਰ ਕਾਜ ਕਿਹੜੇ ਨੇ? ਉਹ ਕਾਜ ਨੇ ਜਿਨ੍ਹਾਂ ਨੂੰ ਬਾਬਾ ਕਬੀਰ ਜੀ ਕਹਿੰਦੇ, ਬਾਬਾ ਕਬੀਰ ਜੀ ਕਹਿੰਦੇ
ਬਹੁ ਪਰ ਪੰਜ ਕਰ ਪਰ ਧਨ ਲਿਆਵੇ, ਸੁਤ ਦਾਰਾ ਪੈ ਆਨ ਲੁਟਾਵੇ। ਬਾਬਾ ਕਬੀਰ ਜੀ ਕਹਿੰਦੇ ਸੱਜਣਾ ਇਹ ਕੰਮ ਨਹੀਂ ਕਰਨੇ ਜਿਹੜੇ ਤੂੰ ਲੋਕਾਂ ਦੇ ਨਾਲ ਠੱਗੀਆਂ ਠੋਰੀਆਂ ਕਰਕੇ ਗਲਤ ਕੰਮ ਕਰਕੇ ਧਨ ਇਕੱਠਾ ਕਰਦਾ, ਫਿਰ ਉਸ ਧਨ ਨੂੰ ਆਪਣੇ ਪੁੱਤਰਾਂ ਦੇ ਉੱਤੇ ਅਤੇ ਆਪਣੀ ਪਤਨੀ ਦੇ ਉੱਤੇ ਨਿਸ਼ਾਵਰ ਕਰਦਾ। ਚੇਤੇ ਰੱਖੀ, ਨਾ ਹੀ ਤਾਂ ਤੇਰੇ ਨਾਲ ਇਹ ਸੱਜਣ ਜਾਣੇ ਨੇ, ਨਾ ਹੀ ਤੇਰੀ ਪਤਨੀ ਜਾਣੀ, ਨਾ ਹੀ ਤੇਰੇ ਮਾਂ-ਬਾਪ ਜਾਣੇ, ਨਾ ਹੀ ਤੇਰੇ ਪੁੱਤਰ ਜਾਣੇ। ਤੂੰ ਕੇਵਲ ਤੇ ਕੇਵਲ ਸੰਸਾਰ ਦੇ ਅੰਦਰ ਕੱਲਾ ਆਇਆ, ਤੂੰ ਕੱਲਾ ਹੀ ਜਾਵੇਂਗਾ। ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਨੂੰ ਸਮਝਾਉਣਾ ਕਰਦੇ ਨੇ, ਪ੍ਰੀਤਮ ਜਾਣ ਲਿਓ ਮਨ ਮਾਹੀ। ਉਹ ਮੇਰੇ ਪਿਆਰਿਆ ਇੱਕ ਗੱਲ ਆਪਣੇ ਮਨ ਦੇ ਅੰਦਰ ਚੰਗੀ ਤਰ੍ਹਾਂ ਜਾਣ ਲਾ, ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ। ਇਹ ਜਿਹੜਾ ਸੰਸਾਰ ਏ ਕੇਵਲ ਤੇ ਕੇਵਲ ਸੁੱਖਾਂ ਦਾ ਸੰਗੀ ਏ। ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਘੇਰੈ। ਜਦੋਂ ਤੇਰੇ ਕੋਲ ਸੁਖ ਹੋਵੇਗਾ ਤੈਨੂੰ ਸੰਸਾਰ ਚਾਰੇ ਤਰਫੋਂ ਘੇਰਾ ਪਾਈ ਬੈਠੇਗਾ। ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਘੇਰੈ। ਬਿਪਤ ਭਰੀ ਸਭ ਹੀ ਸੰਗ ਛਾੜਿਤ ਕੋ ਨਾ ਆਵਤ ਨੀਰੈ। ਜਦੋਂ ਤੇਰੇ ਉੱਤੇ ਵਿਪਤਾ ਆਉਣੀਆਂ ਫਿਰ ਇਸ ਸੰਸਾਰ ਦੇ ਵਿੱਚੋਂ ਤੇਰੇ ਨਾਲ ਕੋਈ ਵੀ ਨਹੀਂ ਖੜਨਾ। ਤੈਨੂੰ ਸੰਸਾਰ ਦੇ ਅੰਦਰ ਕੇਵਲ ਤੇ ਕੇਵਲ ਉਸ ਵਿਪਤਾ ਦਾ ਸਾਹਮਣਾ ਕਰਨਾ ਪਵੇਗਾ। ਹਜੂਰ ਨੇ ਬੜੇ ਰਿਸ਼ਤੇ ਨੇ, ਸਾਰੇ ਨਾਲੋਂ ਰਿਸ਼ਤਾ ਨੇੜੇ ਦਾ ਹੈ ਪਤਨੀ ਦਾ। ਹਜੂਰ ਕਹਿੰਦੇ ਤੁਸੀਂ ਪਤਨੀ ਦੇ ਨਾਲ ਆਪਣੀ ਸਾਰੀ ਗੱਲ ਸਾਂਝ ਕਰ ਸਕਦੇ ਆ, ਦੁੱਖ ਸੁੱਖ ਹੋਵੇ ਤੂੰ ਆਪਣੀ ਪਤਨੀ ਦੇ ਨਾਲ ਸਾਂਝਾ ਕਰਦਾ। ਪਰ ਚੇਤੇ ਰੱਖੀ, ਜਦੋਂ ਤੇਰੇ ਉੱਤੇ ਮੌਤ ਆ ਜਾਣੀ ਹੈ ਫਿਰ ਇਸ ਪਤਨੀ ਨੇ, ਉਹਨਾਂ ਮਾਂ-ਬਾਪ ਨੇ, ਉਹਨਾਂ ਬੱਚਿਆਂ ਨੇ ਤੇਰਾ ਸਹਾਰਾ ਨਹੀਂ ਦੇਣਾ। ਘਰ ਕੀ ਨਾਲ ਬਹੁਤ ਹਿੱਤ ਜਾਂਸਿਓ, ਜਿਹੜੀ ਪਤਨੀ ਤੇਰੇ ਨਾਲ ਸਦਾ ਲਿਪਟੀ ਰਹਿੰਦੀ ਹੈ, ਘਰ ਕੀ ਨਾਲ ਬਹੁਤ ਹਿੱਤ ਜਾਂਸਿਓ ਸਦਾ ਰਹਿਤ ਸੰਗ ਲਾਗੀ। ਜਬ ਹੀ ਹਸਤ ਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਜਦੋਂ ਤੈਂ ਇਸ ਸੰਸਾਰ ਨੂੰ ਕੂਚ ਕਰਨਾ ਹੈ, ਜਦੋਂ ਤੂੰ ਆਪਣੀ ਦੇਹੀ ਨੂੰ, ਦੇਹੀ ਦੇ ਵਿੱਚੋਂ ਪ੍ਰਮਾਤਮਾ ਨੇ ਆਪਣੀ ਜੋਤ ਕੱਢਦੀ, ਫਿਰ ਇਹਨਾਂ ਪਰਿਵਾਰ ਨੇ, ਇਹਨਾਂ ਧੀਆਂ ਪੁੱਤਰਾਂ ਨੇ, ਇਸ ਪਤਨੀ ਨੇ ਵੀ ਫਿਰ ਤੈਨੂੰ ਕਹਿਣਾ ਕਿ ਇਸ ਨੂੰ ਘਰ ਦੇ ਵਿੱਚੋਂ ਬਾਹਰ ਕੱਢਿਆ ਜਾਵੇ। ਇਹ ਕੇਵਲ ਤੇ ਕੇਵਲ ਪ੍ਰੇਤ ਦੀ ਨਿਆਈ ਰਹਿ ਗਿਆ ਹੈ। ਹਜੂਰ ਕਹਿੰਦੇ ਇਹਨਾਂ ਦੇ ਉੱਤੋਂ ਨਿਸ਼ਾਵਰ ਨਾ ਕਰ, ਬਹੁ ਪਰ ਪੰਜ ਕਰ ਪਰ ਤਨ ਲਿਆਵੇ, ਸੁਤ ਦਾਰਾ ਪੈ ਆਨ ਲੁਟਾਵੇ। ਮਨ ਮੇਰੇ ਭੁਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰਾ ਜੀ ਪੈ ਲੀਜੈ। ਉਹ ਮੇਰੇ ਮਨਾ ਕਪਟ ਨਾ ਕਰ, ਗਲਤ ਕੰਮ ਨਾ ਕਰ, ਤੇਰਾ ਅੰਤ ਦੇ ਵਿੱਚ ਨਵੇਰਾ ਹੋਣਾ। ਦਰਗਾਹ ਦੇ ਵਿੱਚੋਂ ਤੇ ਤੋਂ ਲੇਖਾ ਮੰਗਿਆ ਜਾਣਾ, ਫਿਰ ਤੈਨੂੰ ਲੇਖਾ ਦੇਣਾ ਪਵੇਗਾ। ਤੂੰ ਇਸ ਲਈ ਪ੍ਰਮਾਤਮਾ ਦਾ ਨਾਮ ਜਪ, ਸੱਜਣ ਬਣਾ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਕਿਸਾਨ। ਜਦੋਂ ਤੇ ਤੋਂ ਲੇਖਾ ਮੰਗਿਆ ਜਾਵੇ ਫਿਰ ਉਹ ਤੇਰੇ ਨਾਲ ਖੜੇਗਾ। ਉਹ ਕਿਹੜਾ ਹੈ ਅਗਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਤੇ ਕੇਵਲ ਪ੍ਰਮਾਤਮਾ ਦਾ ਜਪਿਆ ਹੋਇਆ ਨਾਮ ਹੀ ਤੇਰੇ ਕੰਮ ਆਉਣਾ ਹੈ। ਇਸ ਲਈ ਤੈਨੂੰ ਪ੍ਰਮਾਤਮਾ ਨੇ ਮਨੁੱਖਾ ਦੇਹੀ ਦਿੱਤੀ ਏ। ਤੂੰ ਇਸ ਦੇਹੀ ਦੇ ਅੰਦਰ ਰਹਿ ਕੇ ਉਸ ਪ੍ਰਮਾਤਮਾ ਦੇ ਗੁਣ ਗਾ, ਉਹਨਾਂ ਗਲਤ ਕੰਮਾਂ ਨੂੰ ਛੱਡ। ਜੇ ਤੂੰ ਪ੍ਰਮਾਤਮਾ ਦਾ ਨਾਮ ਜਪੇਗਾ, ਪ੍ਰਮਾਤਮਾ ਦੇ ਗੁਣ ਗਾਵੇਂਗਾ, ਫਿਰ ਹਜੂਰ ਕਹਿੰਦੇ ਨੇ ਕਿ ਜਿਹੜੇ ਤੈਨੂੰ ਪੰਜ ਵਿਕਾਰ ਲੱਗੇ ਹੋਏ ਨੇ ਇਹਨਾਂ ਤੋਂ ਤੇਰਾ ਛੁਟਕਾਰਾ ਹੋ ਜਾਵੇਗਾ। ਫਿਰ ਉੱਥੇ ਵੀ ਕਦੇ ਹਉਮੈ ਨਹੀਂ ਆਵੇਗੀ। ਹਜੂਰ ਦੇ ਪਾਵਨ ਵਚਨ ਨੇ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਈ ਨਾ ਵਸੈ ਇੱਕ ਥਾਏ। ਹਜੂਰ ਕਹਿੰਦੇ ਕਿ ਹਉਮੈ ਤੇ ਨਾਮ ਕਦੇ ਵੀ ਦੋਵੇਂ ਇੱਕ ਥਾਂ ਤੇ ਨਹੀਂ ਵਸ ਸਕਦੀ। ਜੇ ਤੇਰੇ ਅੰਦਰ ਪੰਜ ਵਿਕਾਰ ਵਸਦੇ ਨੇ, ਉਹਨਾਂ ਤੋਂ ਕੇਵਲ ਤੇ ਕੇਵਲ ਛੁਟਕਾਰਾ ਤੈਨੂੰ ਪ੍ਰਮਾਤਮਾ ਦਾ ਨਾਮ ਹੀ ਦਵਾ ਸਕਦਾ ਏ। ਰਸਨਾ ਗੁਣ ਗੋਪਾਲ ਨਿਤ ਗਾਇਣਾ, ਸ਼ਾਂਤ ਸਹਿਜ ਰਹਸ ਮਨ ਉਪਜਿਓ, ਸਗਲੇ ਦੁਖ ਪਲਾਇਨ। ਹਜੂਰ ਕਹਿੰਦੇ ਜੋ ਤੂੰ ਪ੍ਰਮਾਤਮਾ ਦਾ ਆਪਣੀ ਰਸਨਾ ਦੇ ਨਾਲ ਨਾਮ ਜਪੇਗਾ, ਸ਼ਾਂਤ ਸਹਿਜ ਰਹਸ ਮਨ ਉਪਜਿਓ, ਤੇਰੇ ਮਨ ਦੇ ਅੰਦਰ ਸ਼ਾਂਤੀ ਆਵੇਗੀ। ਤੂੰ ਉਹਨਾਂ ਸਾਰਿਆਂ ਰਹਸਾਂ ਨੂੰ ਪ੍ਰਾਪਤ ਕਰ ਸਕੇਗਾ। ਸਗਲੇ ਦੁਖ ਪਲਾਇਨ, ਤੇਰੇ ਮਨ ਦੇ ਵਿੱਚ ਤੇਰੇ
ਆਤਮਿਕ ਸਰੀਰ ਦੇ ਵਿੱਚ ਉਹ ਸਾਰੇ ਦੁੱਖ ਖਤਮ ਹੋ ਜਾਣਗੇ ਜਿਹੜੇ ਤੇਰੀ ਦੇਹ ਨੂੰ ਲੱਗੇ ਹੋਏ ਨੇ। ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਇਸ ਦੇਹੀ ਨੂੰ ਦੇਵੀ ਦੇਵਤੇ ਲੋਚਦੇ ਨੇ। ਇਸ ਲਈ ਤੂੰ ਆਪਣੇ ਸਰੀਰ ਦੇ ਨਾਲ ਸਰੀਰ ਦਾ ਜਿਹੜਾ ਮਾਲਕ ਜਿਹਨੇ ਦਿੱਤਾ ਉਹਦਾ ਧੰਨਵਾਦ ਕਰਦਿਆਂ ਉਸ ਪ੍ਰਮਾਤਮਾ ਦਾ ਗੁਣ ਗਾ। ਸਾਡੇ ਤ੍ਰਹਿਮਨ ਬਿਹੂਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ। ਵੱਧ ਅਸੂਣੀ ਬੰਨ ਮਾਲਕ ਮਾਤ ਜਾ ਆਵਸੀ ਸਭ ਦਰਵਾਜੇ ਭੰਨ। ਤਿਨਾ ਪਿਆਰਿਆਂ ਭਾਇਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਫਰੀਦਾ। ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ। ਜੇ ਤੂੰ ਦੁਨੀਆ ਦੇ ਵਿੱਚ ਰਹਿ ਕੇ ਇਸ ਸੰਸਾਰ ਦੇ ਵਿੱਚ ਰਹਿ ਕੇ ਉਸ ਪ੍ਰਮਾਤਮਾ ਦਾ ਨਾਮ ਜਪੇਗਾ ਤੇਰੇ ਦਰਗਾਹ ਦੇ ਵਿੱਚ ਕੰਮ ਆਉਣਗੇ। ਸ਼ਾਂਤ ਸਹਿਜ ਰਸ ਮਨ ਉਪਜਿਓ ਸਗਲੇ ਦੁੱਖ ਭੁਲਾਇਨ। ਜੇ ਤੂੰ ਪ੍ਰਮਾਤਮਾ ਦਾ ਨਾਮ ਜਪੇਗਾ ਤੇਰੇ ਮਨ ਦੇ ਅੰਦਰ ਸ਼ਾਂਤੀ ਆਵੇਗੀ। ਤੂੰ ਸਾਰੇ ਰਹਸਾਂ ਨੂੰ ਪ੍ਰਾਪਤ ਕਰ ਸਕੇਗਾ। ਤੇਰੇ ਜਿਹੜੇ ਸਰੀਰਕ ਆਤਮਿਕ